ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ,
ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ। ਭਾਉ ਭਗਤ ਬਿਸਥਾਰ ਗੁਰੂ ਸਿੱਖੇ ਜਗ ਕੀਨੀ। ਪੂਰਬ ਸਾਧਨ ਮੁਕਤ ਕਰਤ ਔਰੈ ਬਿਦ ਚੀਨੀ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਉ ਭਗਤ ਬਿਸਥਾਰ ਗੁਰੂ ਸਿੱਖੇ ਜਗ ਕੀਨੀ। ਕਵੀ ਰਾਜ ਕਵੀ ਸੰਤੋਖ ਸਿੰਘ ਜੱਗੇ ਲਿਖ ਰਹੇ ਨੇ ਕਿ ਸਾਰੇ ਦੇਵੀ ਦੇਵਤੇ ਉਸ ਵੇਲੇ ਆਏ ਕਿ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲੋਂ ਆ ਕੇ ਦਰਸ਼ਨ ਕੀਤੇ ਔਰ ਮਨ ਹੀ ਮਨ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅੰਤ ਹੀ ਸਿਫਤਾਂ ਕੀਤੀਆਂ। ਸਭ ਨੇ ਗੁਰੂ ਸਾਹਿਬ ਜੀ ਨੂੰ ਬਾਰ-ਬਾਰ ਨਮਸਕਾਰ ਕੀਤੀ ਔਰ ਮਨ ਹੀ ਮਨ ਵਿੱਚ ਕਹਿ ਰਹੇ ਨੇ ਕਿ ਸਤਿਗੁਰੂ ਹੇ ਪ੍ਰਭੂ ਜੀ, ਤੁਸੀਂ ਇਸੇ ਪ੍ਰੇਮਾ ਭਗਤੀ ਦਾ ਆ ਕੇ ਵਿਸਤਾਰ ਕੀਤਾ ਹੈ। ਤੁਸੀਂ ਇਸ ਸੰਸਾਰ ਦੇ ਵਿੱਚ ਸਿੱਖੀ ਨੂੰ ਪੈਦਾ ਕੀਤਾ ਹੈ। ਪੂਰਬ ਸਾਧਨ ਮੁਕਤ ਕਰਤ ਔਰੇ ਬਿਦ ਕਿੰਚੀਨੀ। ਕਿਉਂਕਿ ਪਹਿਲੋਂ ਸਤਿਗੁਰੂ ਜੀ ਮੁਕਤੀ ਦੇ ਜਿਹੜੇ ਪਹਿਲੇ ਸਾਧਨ ਸਨ ਉਹਨਾਂ ਨੇ ਹੋਰ ਹੀ ਤਰੀਕੇ ਫੜੇ ਹੋਏ ਸਨ। ਕੋਈ ਜਲ ਧਾਰਾ ਕਰਦਾ ਸੀ, ਕੋਈ ਪੁੱਠਾ ਲਟਕਦਾ ਸੀ, ਕੋਈ ਤੀਰਥਾਂ 'ਤੇ ਜਾਂਦਾ ਸੀ, ਕੋਈ ਬੜੇ ਬੜੇ ਕਠਿਨ ਤਪ ਕਰਦਾ ਸੀ। ਪਰ ਹੇ ਸਤਿਗੁਰੂ, ਹੇ ਪ੍ਰਭੂ ਜੀ, ਤੁਸੀਂ ਇਸ ਸੰਸਾਰ ਦੇ ਵਿੱਚ ਆ ਕੇ ਉਹ ਢੰਗ, ਮੁਕਤੀ ਦਾ ਢੰਗ ਆਪਣੇ ਸਿੱਖਾਂ ਨੂੰ ਬੜਾ ਸੌਖਾ ਦੱਸਿਆ ਕਿ ਮਰਨ ਤੋਂ ਬਾਅਦ ਮੁਕਤੀ ਨਹੀਂ, ਜਿਉਂਦਿਆਂ ਜੀ ਮੁਕਤ ਹੋਣਾ ਔਰ ਮੁਕਤ ਨਾ ਵਿਕਾਰਾਂ ਤੋਂ ਹੋਣਾ, ਹੋਰ ਕੋਈ ਦੂਸਰੀ ਮੁਕਤੀ ਨਹੀਂ। ਤਿਨ ਤੁਮੇ ਸੁਖੈਨ ਕੀਨ ਇਹੋ ਰੀਤ ਨਵੀਨੀ। ਉਸ ਮੁਕਤੀ ਦਾ ਤੁਸੀਂ ਸੌਖਾ ਰਸਤਾ ਦੱਸਿਆ ਔਰ ਇਹ ਰੀਤ ਨਵੀਨੀ, ਇੱਕ ਨਵੀਂ ਰੀਤ, ਨਵੀਂ ਮਰਿਆਦਾ ਬਣ ਦਿੱਤੀ। ਗਾਡੇ ਰਾਹ ਚਲਾਏ ਨਰਨ ਕੋ ਸ਼ੁਭ ਮਤ ਦਿਨੀ। ਇੱਥੇ ਆ ਕੇ ਤੁਸੀਂ ਮਨੁੱਖਾਂ ਨੂੰ ਗਾਡੀ ਰਾਹ 'ਤੇ ਚਲਾਇਆ ਹੈ, ਉਸ ਰਾਹ 'ਤੇ ਚਲਾਇਆ ਹੈ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਬਿਲਕੁਲ ਨਿਰਮਲ ਸੌਖਾ ਅਤੇ ਸਿੱਧਾ ਰਸਤਾ ਹੈ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਭਰਮ ਦੇ ਨਾਂ ਦੀ ਤੇ ਚੀਜ਼ ਹੀ ਨਹੀਂ। ਉਹ ਸੌਖੇ ਰਸਤੇ 'ਤੇ ਤੁਸੀਂ ਚਲਾਇਆ ਹੈ। ਪ੍ਰਭੂ ਨਮਹਿ ਨਮਹਿ ਪੁਨ ਪੁਨ ਨਮਹਿ। ਚਰਨ ਸ਼ਰਨ ਤਾਰਨ ਤਰਨ। ਸਭ ਹੱਥ ਜੋੜ ਕੇ ਕਹਿ ਰਹੇ ਸਨ, ਹੇ ਪ੍ਰਭੂ ਜੀ, ਤੁਹਾਡੇ ਚਰਨਾਂ 'ਚ ਨਮਸਕਾਰ ਹੈ, ਤੁਹਾਡੇ ਚਰਨਾਂ 'ਚ ਸਾਡਾ ਮੱਥਾ ਹੈ। ਤੇ ਫਿਰ ਬਾਰ-ਬਾਰ ਤੁਹਾਡੇ ਚਰਨਾਂ 'ਚ ਨਮਸਕਾਰ ਹੈ। ਤੁਹਾਡੇ ਚਰਨਾਂ ਦੀ ਜੋ ਸ਼ਰਨ ਲੈਂਦੇ ਨੇ, ਤੁਸੀਂ ਉਹਨਾਂ ਨੂੰ ਤਾਰਨ ਵਾਲੇ ਹੋ। ਦੁੱਖ ਦਰਨ ਕਰਨ ਸੁਖ ਹਰਨ ਅਗ। ਸ਼੍ਰੀ ਨਾਨਕ ਕਾਰਨ ਕਰਨ।
हे सतਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਦੁੱਖਾਂ ਨੂੰ ਦੂਰ ਕਰਦੇ ਹੋ, ਤੁਸੀਂ ਆਪਣੇ ਸਿੱਖਾਂ ਨੂੰ ਸਿੱਖ ਦਿੰਦੇ ਹੋ, ਸੁੱਖ ਦਿੰਦੇ ਹੋ, ਤੁਸੀਂ ਪਾਪਾਂ ਦਾ ਨਾਸ਼ ਕਰਨ ਵਾਲੇ ਹੋ। हे ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਆਪ ਹੀ ਕਰਨ ਵਾਲੇ ਹੋ ਤੇ ਆਪ ਹੀ ਉਸ ਕਰਨ ਦਾ ਕਾਰਨ ਹੋ। ਦੋਹਰਾ ਕਰ ਉਸਤਤ ਇਸ ਭਾਂਤ ਕੇ ਰਹੇ ਨਗਰ ਕਰਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਉਸਤਤ ਕਰਕੇ ਉਹ 33 ਕਰੋੜ ਜਿਹੜੇ ਦੇਵੀ ਦੇਵਤੇ ਨੇ ਕਿ ਉਹ ਵੀ ਜਿਵੇਂ ਕਰਤਾਰਪੁਰ ਦੇ ਵਿੱਚ ਹੀ ਰਹਿ ਗਏ। ਅਣਕ ਲੋਕ ਜਹ ਆਵਹਿ ਹੋਵਤ ਜੈ ਜੈਕਾਰ। ਤੇ ਹੋਰ ਅਨੇਕਾਂ ਹੀ ਲੋਕ ਆਉਂਦੇ ਨੇ, ਮਨੁੱਖਾਂ ਦੀ ਗਿਣਤੀ ਕੋਈ ਨਹੀਂ, ਭੀੜ ਬਹੁਤ ਹੈ, ਪਰ ਕਰਤਾਰਪੁਰ ਸਾਹਿਬ ਦੇ ਵਿੱਚ ਚਾਰੇ ਪਾਸੇ ਸਤਿਗੁਰੂ ਜੀ ਦੀ ਜੈ ਜੈਕਾਰ ਹੋ ਰਹੀ ਹੈ। ਦਸੋ ਦਿਸ਼ਾ ਤੇ ਪੰਥ ਬਧੇਰੇ ਦਰਸ ਕਰਨ ਚਿਤ ਚੌਂਪ ਕਨੇਰੇ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਨਿਰਮਲ ਪੰਥ 10 ਦਿਸ਼ਾਵਾਂ ਦੇ ਵਿੱਚ ਫੈਲਿਆ ਹੋਇਆ ਸੀ, ਔਰ ਜਿੱਥੋਂ ਜਿੱਥੋਂ ਤੱਕ ਖਬਰ ਗਈ ਫਿਰ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਏ। ਆਵੇਂ ਚਲੇ ਭੀੜ ਬੜ ਹੋਈ ਜਿਨ ਕੇ ਸੰਖਿਆ ਆਏ ਨਾ ਕੋਈ। ਬਸ ਲੋਕ ਚੱਲੇ ਹੀ ਆਉਂਦੇ ਨੇ, ਆ ਹੀ ਰਹੇ ਨੇ। ਬੜੀ ਵੱਡੀ ਭੀੜ ਹੈ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੋ ਸਕਦੀ। ਪੁਰ ਕਰਤਾਰ ਕੋਸ ਚੋ ਫੇਰੇ ਆਏ ਨਰਨ ਕੀਨੇ ਬਹੁ ਡੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਰਤਾਰਪੁਰ ਸਾਹਿਬ ਨਗਰ ਦੇ 4 ਸਫੇਰੇ ਤੱਕ, ਕੋਹਾਂ ਤੱਕ ਜਿਹੜੀਆਂ ਸਿੱਖ ਸੰਗਤਾਂ ਨੇ, ਲੋਕ ਆਏ ਨੇ, ਉਹਨਾਂ ਨੇ ਆਪੋ ਆਪਣੇ ਡੇਰੇ ਲਾਏ। ਸਰਬ ਰਹੇ ਨਿਸਮਹਿ ਤਿਹ ਥਾਈ ਜਾਗਰਣ ਕੀਨੋ ਮਹਿਮਾ ਗਾਈ। ਕਹਿੰਦੇ ਸਾਰੀ ਰਾਤ ਲੋਕ ਉੱਥੇ ਰਹਿੰਦੇ ਨੇ, ਸਾਰੀ ਰਾਤ ਜਾਗਦੇ ਨੇ, ਸਾਰੀ ਰਾਤ ਗੁਰੂ ਸਾਹਿਬ ਦੀ ਮਹਿਮਾ ਗਾਉਂਦੇ ਨੇ। ਅਰਧ ਬੇਭਾਵਰ ਹੋਏ ਜਬ ਹੀ ਸ੍ਰੀ ਮੁਖ ਸੋ ਆਇਸ ਦੇ ਤਬ ਹੀ। ਅਸ਼ਟਮੀ ਵਾਲਾ ਦਿਨ ਲੰਘ ਗਿਆ, ਉਹ ਰਾਤ ਜਿਹੜੀ ਅੱਧੀ ਰਾਤ ਲੰਘ ਗਈ, ਸਵਾ ਕੁ ਪੈਰ ਰਾਤ ਜਦੋਂ ਰਹਿ ਗਈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਆਗਿਆ ਦਿੱਤੀ। ਚੰਦਨ ਯੁੱਤ ਕਣਸਾਰ ਗੁਲਾਬਾ ਮ੍ਰਿਗ ਮਦ ਕਸਕਾਰ ਸਰਬ ਸਿਤਾਬਾ। ਸਤਿਗੁਰੂ ਜੀ ਭਾਈ ਸੁਧਾਰਨ ਨੂੰ ਕੋਲ ਬੁਲਾਉਂਦੇ ਨੇ, ਔਰ ਭਾਈ ਸੁਧਾਰਨ ਦੀ ਡਿਊਟੀ ਲਾਈ ਸੀ ਕਿ ਸਾਰੇ ਘਰ ਨੂੰ ਲਿੰਬ ਪੋਚ ਕੇ ਕਰੀ ਸਾਫ਼ ਕਰਨਾ ਹੈ। ਭਾਈ ਸੁਧਾਰਨ ਸਾਰੇ ਘਰ ਦੇ ਵਿੱਚ ਇੱਕ ਵਾਰੀ ਚੰਦਨ ਸੁਗੰਧ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਛਿੜਕਾਅ ਕਰ ਦਿਓ। ਅਪਰ ਸੁਗੰਧ ਸਰਬ ਮਹਿਕਾਵੋ ਸਗਰੇ ਸਦਨ ਵਿਖੇ ਛਿੜਕਾਵੋ। ਕਿਉਂਕਿ ਇਹ ਆਪ ਜੀ ਜਾਣਦੇ ਹੋ ਕਿ ਜਦੋਂ ਭੀੜ ਬਹੁਤੀ ਹੋਵੇ, ਔਰ ਆਮ ਕਿ ਇੱਕ ਕਮਰਾ ਹੀ, ਕਮਰੇ ਵਿੱਚ ਬੰਦਾ ਇਕੱਲਾ ਹੋਵੇ ਤੇ ਠੰਡ ਹੈ। ਜੇ 4-6 ਜੀ ਇੱਕ ਕਮਰੇ ਦੇ ਵਿੱਚ ਹੋਣ ਤਾਂ ਉਨੀ ਠੰਡ ਵੀ ਮਹਿਸੂਸ ਨਹੀਂ ਹੁੰਦੀ, ਕਿਉਂਕਿ ਇੱਕ ਦੂਜੇ ਦੀ ਜਿਹੜੀ ਹਵਾ ਹੈ ਉਹ ਗਰਮੈਸ਼ ਕਰਦੀ ਹੈ, ਔਰ ਇਹ ਹਵਾ ਦੇ ਨਾਲ ਫਿਰ ਕਈ ਤਰ੍ਹਾਂ ਦੀ ਉੱਥੇ ਜਿਹੜੀ ਹੋਰ ਤਰ੍ਹਾਂ ਦੀ ਕੋਈ ਸਮੈਲ ਨਾ ਆਵੇ, ਇਸ ਕਰਕੇ ਸੁਗੰਧੀਆਂ ਇਹ ਛਿੜਕਣੀਆਂ ਵੀ ਜ਼ਰੂਰੀ ਹੁੰਦੀਆਂ ਨੇ ਕਿ ਸੰਗਤਾਂ ਬਹੁਤ ਨੇ, ਇਕੱਠ ਬਹੁਤ ਹੈ, ਹੋਰ ਵੀ ਜਿੰਨੀਆਂ ਮਹਿਕਾਂ ਵਾਲੀਆਂ ਚੀਜ਼ਾਂ ਨੇ, ਸੁਗੰਧੀਆਂ ਨੇ, ਉਹਨਾਂ ਦਾ ਛਿੜਕਾਅ ਕਰੋ ਭਾਈ। ਜਿਤੇ ਵੇਦ ਪਾਠੇ ਦਿਜ ਅਹੀ ਕਰੇ ਵੇਦ ਧੁਨ ਬਿਲਬ ਨ ਗਹੀ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਆਸਣ ਲਾਵੋ, ਤੇ ਨਾਲ ਕਹਿ ਦਿੱਤਾ, ਉਪਦੇਸ਼ ਦਿੱਤਾ, ਸਤਨਾਮ ਕੋ ਕੀਰਤਨ ਗਾਵੋ। ਭਾਈ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਕੀਰਤਨ ਕਰੋ, ਸ਼ਬਦ ਪੜ੍ਹੋ। ਜਿਹੜੇ ਪਾਠ ਕਰ ਸਕਦੇ ਨੇ ਉਹ ਪਾਠ, ਉਹ ਸ਼ਬਦ ਪੜ੍ਹਨ, ਉੱਚੇ ਉੱਚੇ ਰਾਗਾਂ ਦੇ ਵਿੱਚ ਪੜ੍ਹਨ। ਸਰਬ ਜੇ ਨਾਰ ਸਤਨਾਮ ਉਚਾਰੋ ਜਨਮ ਜਨਮ ਕੇ ਕਿਲ ਬਖਟਾਰੋ। ਸਤਿਗੁਰੂ ਕਹਿੰਦੇ ਬਾਕੀ ਸਾਰੇ ਭਾਈ ਸ਼ਬਦ ਨਹੀਂ ਪੜ੍ਹ ਸਕਦੇ, ਨਹੀਂ ਉਚਾਰਨ ਕਰ ਸਕਦੇ, ਜਿੱਥੋਂ ਤੱਕ ਸਾਡਾ ਸੁਣਿਆ ਜਾਂਦਾ ਸਾਰੇ ਸਤਨਾਮ ਦਾ ਉਚਾਰਨ ਕਰੋ, ਸਤਨਾਮ ਜਪੋ, ਜਨਮਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਨੇ।
ਸੁਣ ਰਜਾਏ ਤਿਹ ਸਮੈ ਭਇਓ ਜੈਕਾਰ ਮੁਖਰ ਬਰ। ਕਹਿੰਦੇ ਗੁਰੂ ਸਾਹਿਬ ਜੀ ਦੀ ਇਹ ਆਗਿਆ ਸੁਣ ਕੇ, ਰਜਾ ਸੁਣ ਕੇ ਇੱਕ ਵਾਰੀ ਸਾਰੇ ਕਰਤਾਰਪੁਰ ਸਾਹਿਬ ਦੇ ਵਿੱਚ ਫਿਰ ਜੈ ਜੈਕਾਰ ਹੋ ਗਈ। ਸਤਿਨਾਮ ਵਾਹਿਗੁਰੂ ਦਾ ਜਾਪ ਹੁੰਦਾ ਹੈ, ਗੁਰੂ ਦੇ ਸ਼ਬਦਾਂ ਦਾ ਗਾਇਨ ਹੁੰਦਾ ਹੈ। ਗਾਵਤ ਗੁਣ ਕਰਤਾਰ ਪ੍ਰੇਮ ਸੋ ਹਿਰਦੇ ਰਹੇ ਭਰ। ਕਰਤਾਰਪੁਰ ਦੇ ਵਿੱਚ ਸ਼ਬਦਾਂ ਦਾ ਗਾਇਨ ਹੁੰਦਾ ਹੈ ਔਰ ਸਿੱਖਾਂ ਸੰਗਤਾਂ ਦੇ ਜਿਹੜੇ ਹਿਰਦੇ ਨੇ ਉਹ ਪ੍ਰੇਮ ਦੇ ਨਾਲ ਭਰ ਗਏ। ਦਰਸ਼ਨ ਪਰਸਤ ਸਗਲ ਅਦਕ ਕਰਨਾ ਰਸ ਹੋਵੈ। ਕਹਿੰਦੇ ਸਤਿਗੁਰੂ ਦੇ ਦਰਸ਼ਨ ਪਰਸ ਕੇ, ਦਰਸ਼ਨ ਕਰ ਕਰਕੇ ਅੰਦਰ ਰਸ ਭਰਦਾ ਹੈ, ਅੰਦਰ ਪ੍ਰੇਮ ਆਉਂਦਾ ਹੈ। ਚਿੱਤਰ ਲਿਖੇ ਜੇ ਭੀਤ ਭਾਉ ਤਰ ਠਾਂਡੇ ਹੋਵੈ। ਕਹਿੰਦੇ ਜਿਹੜੇ ਗੁਰੂ ਕੇ ਸਿੱਖ ਸੰਗਤਾਂ ਆਏ ਹੋਏ ਲੋਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ ਨਾ, ਉਹ ਦਰਸ਼ਨ ਕਰਦੇ ਰਹਿ ਜਾਂਦੇ ਨੇ। ਇਸ ਤਰ੍ਹਾਂ ਇੱਕ ਥਾਂ 'ਤੇ ਖਲੋ ਜਾਂਦੇ ਨੇ ਜਾਂ ਬੈਠ ਜਾਂਦੇ ਨੇ ਕਿ ਜਿਵੇਂ ਕਿਸੇ ਦੀਵਾਰ ਦੇ ਉੱਤੇ ਕੋਈ ਚਿੱਤਰਕਾਰੀ ਕੀਤੀ ਹੋਵੇ। ਹੁਣ ਚਿੱਤਰ ਬਣਾਇਆ ਹਿੱਲਦਾ ਤਾਂ ਨਹੀਂ ਨਾ ਜੀ, ਬਿਲਕੁਲ ਇੱਕ ਥਾਂ 'ਤੇ ਖੜੇ ਰਹਿ ਜਾਂਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਹਿੰਦੇ ਨੇ। ਤਬ ਭੇਰ ਪਹੇ ਧਰਮਸਾਲ ਮਹਿ ਸ਼ਬਦ ਰਾਗ ਧੁਨ ਪੂਰਿਆ। ਉੱਧਰੋਂ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਅਤੇ ਜਦੋਂ ਰਾਗਾਂ ਦੇ ਵਿੱਚ ਸ਼ਬਦ ਇਹ ਕੀਰਤਨ ਸ਼ੁਰੂ ਹੋਇਆ, ਧਰਮਸ਼ਾਲਾ ਦੇ ਵਿੱਚ ਵੀ ਫਿਰ ਭੀੜ ਹੋਰ ਜਿਹੜੀ ਹੈ ਉਹ ਭਰ ਗਈ। ਤਹ ਗਏ ਜੋ ਨਰ ਤਹਿ ਸਮੈ ਪਿਖ ਦੋਖ ਕਰੇ ਸਭ ਦੂਰਿਆ। ਕਿਉਂਕਿ ਉਸ ਵੇਲੇ ਕਰਤਾਰਪੁਰ ਸਾਹਿਬ ਦੇ ਵਿੱਚ ਸੱਚਖੰਡ ਬਣ ਗਿਆ ਸੀ। ਸਾਰੇ ਪਾਸੇ ਕੇਵਲ ਸਤਿਨਾਮ ਵਾਹਿਗੁਰੂ ਰਾਗਾਂ ਦੇ ਵਿੱਚ ਕੀਰਤਨ, ਆਸਾ ਕੀ ਵਾਰ ਦਾ ਕੀਰਤਨ। ਉਸ ਸਮੇਂ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਜਿਹੜੇ ਉੱਥੇ ਪਾਪ ਨੇ ਉਹ ਕੱਟੇ ਗਏ। ਸੰਗਤਾਂ ਬੈਰਾਗ ਦੇ ਵਿੱਚ ਵੀ ਨੇ, ਸੰਗਤਾਂ ਜਿਹੜੀਆਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕਰ ਰਹੀਆਂ ਨੇ। ਹੁਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਫਿਰ ਕਿਰਪਾ ਕਰਨੀ ਹੈ। ਬਹੁਰ ਸੁਲੱਖਣੀ ਆਏ ਬੰਦ ਕਰ ਬੰਧਨ ਕੀਨੀ। ਕਹਿੰਦੇ ਇੰਨੇ ਵਿੱਚ ਮਾਤਾ ਸੁਲੱਖਣੀ ਜੀ ਵੀ ਆਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਪਹਿਲੋਂ ਤੇ ਨਮਸਕਾਰ ਕੀਤੀ। ਮਨ ਅਧੀਨ ਹੈ ਵੋ ਦੀਨ ਤੀਨ ਪ੍ਰਦਰਸ਼ਨ ਦੇਨੀ। ਕਹਿੰਦੇ ਮਨ ਦੇ ਵਿੱਚ ਬੜੇ ਅਧੀਨ ਹੋ ਕੇ, ਬਰਾਗਮਈ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੀਆਂ 3 ਪਰਿਕਰਮਾ ਕੀਤੀਆਂ ਮਾਤਾ ਸੁਲੱਖਣੀ ਜੀ ਨੇ। ਲੋਚਨ ਤੇ ਜਲ ਜਾਤ ਬੈਠ ਗਏ ਤਬੇ ਸਮੀਪਾ। ਅੱਖਾਂ ਦੇ ਵਿੱਚੋਂ ਜਿਹੜਾ ਜਲ ਰੁਕ ਨਹੀਂ ਸੀ ਰਿਹਾ। ਬਰਾਗ ਦੇ ਵਿੱਚ ਆਏ ਹੋਏ ਮਾਤਾ ਜੀ ਸਤਿਗੁਰੂ ਜੀ ਦੇ ਕੋਲ ਬੈਠ ਗਏ ਨੇ। ਮੁਰਜਾਨੇ ਕੋ ਦੇਖ ਪੜਿਓ ਬੇਦੇ ਕੁਲ ਦੀਪਾ। ਤੇ ਜਦੋਂ ਮਾਤਾ ਜੀ ਦਾ ਮੁਰਝਾਇਆ ਹੋਇਆ ਚਿਹਰਾ ਗੁਰੂ ਸਾਹਿਬ ਜੀ ਨੇ ਦੇਖਿਆ ਤੇ ਸਤਿਗੁਰੂ ਜੀ ਨੇ ਫਿਰ ਬਚਨ ਕੀਤੇ। ਇੱਕ ਸਿੱਖ ਜਾਹੋ ਸ੍ਰੀ ਚੰਦ ਟਿਕ ਲਖਮੀ ਦਾਸ ਸੁਕਿੰਤ ਜਾਹੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਇੱਕ ਸਿੱਖ ਜਾਓ ਇੱਕ ਵਾਰੀ ਫਿਰ। ਜਿੱਥੇ ਸ਼੍ਰੀ ਚੰਦ ਨੇ, ਲక్ష్ਮੀ ਦਾਸ ਨੇ, ਉਹਨਾਂ ਦੇ ਕੋਲ ਜਾਓ। ਅੱਜ ਗੁਰੂ ਸਾਹਿਬ ਜੀ ਨੇ ਸਰੀਰ ਛੱਡਣਾ ਹੈ, ਅੱਜ 10ਵੀਂ ਵਾਲਾ ਦਿਨ ਹੈ, ਉਹਨਾਂ ਦੇ ਕੋਲ ਜਾਓ ਭਾਈ। ਇੱਕ ਸਿੱਖ ਜਾਹੋ ਸ੍ਰੀ ਚੰਦ ਢਿਗ ਲਖਮੀ ਦਾਸ ਸੁਕਿੰਤ ਜਹੈ। ਤੇ ਜਾ ਕੇ ਕਹਿਣਾ ਕੀ ਹੈ, ਜਸ ਪਦ ਲਿਆਓ ਬੁਲਾਏ ਤਿਨ ਬਹੁਰ ਦਰਸ ਪਾਵੈ ਸੋ ਨਹਿ। ਸਤਿਗੁਰੂ ਜੀ ਕਹਿੰਦੇ ਭਾਈ ਕਹਿਣਾ ਕੁਛ ਨਹੀਂ, ਉਹਨਾਂ ਨੂੰ ਛੇਤੀ ਦੇ ਨਾਲ ਬੁਲਾ ਲਿਆਓ। ਬਸ ਇੱਕੋ ਗੱਲ ਕਹਿਣੀ ਹੈ ਕਿ ਆ ਜਾਓ, ਕਿਉਂਕਿ ਫਿਰ ਦੁਬਾਰੇ ਪਰਤ ਕੇ ਇਹ ਦਰਸ਼ਨ ਨਹੀਂ ਹੋਣੇ। ਇੱਕ ਵਾਰੀ ਆ ਕੇ ਮੈਨੂੰ ਦਰਸ਼ਨ ਕਰ ਲਓ। ਦੋਹਰਾ ਸੁਣ ਸੇਵਕ ਗਮਣਿਓ ਤੁਰਤ ਜਾਏ ਕੀਣ ਅਰਦਾਸ। ਸੇਵਕ ਨੇ ਹੁਕਮ ਸੁਣਿਆ, ਉਸੇ ਵੇਲੇ ਨਮਸਕਾਰ ਕਰਕੇ ਚੱਲ ਪਿਆ। ਬਾਬਾ ਸ਼੍ਰੀ ਚੰਦ ਲక్ష్ਮੀ ਦਾਸ ਦੋਵੇਂ ਬੈਠੇ ਸਨ। ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਤੁਮੇ ਬਿਲਾਵਤ ਸਤਿਗੁਰੂ ਉੱਠ ਚੱਲੀਏ ਤਿਨ ਪਾਸ।
ਬੇਨਤੀ ਕੀਤੀ ਕਿ ਬਾਬਾ ਲక్ష్ਮੀ ਦਾਸ ਜੀ, ਸ਼੍ਰੀ ਚੰਦ ਜੀ, ਤੁਹਾਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ ਤੇ ਚਲੋ ਉਹਨਾਂ ਦੇ ਕੋਲ ਚੱਲੋ। ਸਮਾ ਸਮਾਵਣ ਕੋ ਅਬੈ ਮਿਲ ਲੇਜੈ ਤਿਨ ਸਾਥ। ਹੁਣ ਉਹਨਾਂ ਦਾ ਸਮਾਂ ਸਮਾਉਣ ਦਾ ਆ ਗਿਆ ਹੈ, ਦਿਨ ਦਾ ਚੜ੍ਹਾਅ ਹੋਣ ਵਾਲਾ ਹੈ, ਸੂਰਜ ਨਿਕਲਣ ਵਾਲਾ ਹੈ, ਉਹਨਾਂ ਨੂੰ ਜਾ ਕੇ ਮਿਲ ਲਵੋ, ਸਮਾਂ ਆ ਗਿਆ ਹੈ। ਚਾਹੋ ਜੋ ਕਛ ਬੋਲੋ ਸੁਣੋ, ਧਰੋ ਚਰਨ ਪਰ ਮਾਥ। ਇਹ ਸੇਵਕ ਬੇਨਤੀ ਕਰਕੇ ਕਹਿ ਰਿਹਾ ਹੈ ਕਿ ਬਾਬਾ ਸ਼੍ਰੀ ਚੰਦ ਜੀ, ਲక్ష్ਮੀ ਦਾਸ ਜੀ, ਜਾਓ ਸਤਿਗੁਰੂ ਦੇ ਚਰਨਾਂ 'ਚ ਮੱਥਾ ਟੇਕੋ, ਔਰ ਜੇ ਕੋਈ ਚਾਹਤ ਹੈ ਉਹਨਾਂ ਦੇ ਨਾਲ ਕੋਈ ਬਚਨ ਕਰੋ, ਕੁਝ ਉਹਨਾਂ ਦਾ ਬਚਨ ਸੁਣੋ। ਬਦਨ ਬਿਹਸ ਕੈ ਬਚ ਕਹੇ, ਦਿਵਸ ਸਪਤਮੀ ਜੈਸ। ਇਹ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਹੱਸ ਪਏ, ਨਾਲ ਲక్ష్ਮੀ ਦਾਸ ਜੀ ਵੀ ਹੱਸ ਪਏ। ਕਹਿੰਦੇ ਅੱਜ ਫਿਰ ਜੋਤੀ ਜੋ ਅੱਜ ਫਿਰ ਸਮਾਉਣ ਲੱਗੇ ਨੇ, ਜਿਵੇਂ ਸਤਵੀਂ ਵਾਲੇ ਦਿਨ ਸਮਾਏ ਸਨ। ਇੱਕ ਤਰ੍ਹਾਂ ਦੇ ਨਾਲ ਟੀਚਰ ਵੀ ਕੀਤੀ ਕਿ ਉਹ ਤਾਂ ਸਤਵੀਂ ਵਾਲੇ ਦਿਨ ਕਹਿੰਦੇ ਸਨ ਸਮਾ ਜਾਣਾ ਹੈ। ਹਮੇ ਬੁਲਾਵਤ ਹੈ ਅੱਬੇ ਅੱਜ ਸਮਾਵੇ ਤੈਸ। ਤੇ ਸਾਨੂੰ ਅੱਜ ਬੁਲਾਉਂਦੇ ਨੇ, ਅੱਜ ਵੀ ਉਸੇ ਤਰ੍ਹਾਂ ਸਮਾਉਣਾ ਜਿਵੇਂ ਸਤਵੀਂ ਵਾਲੇ ਦਿਨ ਸਮਾਏ ਸਨ। ਪ੍ਰਤੀਤ ਨਹੀਂ ਆਈ, ਯਕੀਨ ਨਹੀਂ ਆਇਆ। ਨਹਿ ਆਏ ਤੇ ਕਾਲ ਜਾਣੇ ਮਨ ਵਿਆਣ ਜੋ। ਕਹਿੰਦੇ ਬਾਬਾ ਸ਼੍ਰੀ ਚੰਦ ਲక్ష్ਮੀ ਦਾਸ ਅੱਜ ਵੀ ਨਹੀਂ ਆਏ। ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਮ ਮਨੁੱਖਾਂ ਦੀ ਤਰ੍ਹਾਂ ਹੀ ਸਮਝਿਆ, ਨਾ ਤੇ ਗੁਰੂ ਸਮਝਿਆ ਤੇ ਨਾ ਹੀ ਪਿਤਾ ਦਾ ਸਤਿਕਾਰ ਕੀਤਾ। ਜੇ ਪਿਤਾ ਜੀ ਨੇ ਬੁਲਾਇਆ ਤੇ ਆਈ ਜਾਈਏ। ਏਕ ਓਂਕਾਰ ਕਿਰਪਾਲ ਰੂਪ ਧਰਿਓ ਰਹਿ ਜਾਣੇ। ਸਿੱਖ ਇਹ ਵੀ ਸਮਝ ਗਿਆ ਕਿ ਗੁਰੂ ਪੁੱਤਰਾਂ ਨੇ ਪਿਤਾ ਦਾ ਸਤਿਕਾਰ ਵੀ ਨਹੀਂ ਕੀਤਾ, ਔਰ ਇਹਨਾਂ ਨੂੰ ਇਹ ਵੀ ਨਹੀਂ ਸਮਝ ਆਈ ਕਿ ਇਹ ਆਪ ਏਕ ਓਂਕਾਰ ਨੇ, ਆਪ ਅਕਾਲ ਪੁਰਖ ਨੇ, ਆਪ ਰੱਬ ਨੇ। ਇਸ ਸੰਸਾਰ ਤੇ ਆਏ ਨੇ, ਇਹਨਾਂ ਦੀ ਮਹਿਮਾ ਇਹਨਾਂ ਪੁੱਤਰਾਂ ਨੇ ਨਹੀਂ ਜਾਣੀ। ਸੁਣ ਕੇ ਤਿਨ ਕੇ ਬਚਨ ਕੋ ਸਿੱਖ ਆਇਓ ਗੁਰ ਪਾਸ। ਹੁਣ ਗੁਰੂ ਪੁੱਤਰਾਂ ਦੇ ਇਹ ਬੋਲ ਸੁਣ ਕੇ ਸਿੱਖ ਸਤਿਗੁਰੂ ਦੇ ਕੋਲ ਆਇਆ ਹੈ। ਜਿਹ ਬਿਦ ਤਿਨ ਉਤਰ ਦਿਓ ਕਰਦ ਭਇਓ ਅਰਦਾਸ। ਹੁਣ ਜਿਵੇਂ ਦਾ ਉੱਤਰ ਦਿੱਤਾ ਸੀ ਆ ਕੇ ਦੱਸ ਦਿੱਤਾ ਕਿ ਸਤਿਗੁਰੂ ਜੀ ਅਸਲ ਵਿੱਚ ਉਹਨਾਂ ਨੂੰ ਪ੍ਰਤੀਤ ਨਹੀਂ। ਉਹਨਾਂ ਨੇ ਇਸ ਤਰ੍ਹਾਂ ਦਾ ਉੱਤਰ ਦਿੱਤਾ ਕਿ ਜਿਵੇਂ ਸਤਵੇਂ ਵਾਲੇ ਦਿਨ ਸਮਾਏ ਸਨ ਅੱਜ ਉਵੇਂ ਸਮਾਉਣਾ ਹੈ। ਉਹ ਨਹੀਂ ਆਏ। ਸ੍ਰੀ ਗੁਰ ਸੁਣ ਤੂਸ਼ਣ ਰਹੇ ਬੈਠੇ ਸਭਾ ਮਝਾਰ। ਇਹ ਸੁਣ ਕੇ ਸਤਿਗੁਰੂ ਜੀ ਉਸੇ ਤਰ੍ਹਾਂ ਬਿਲਕੁਲ ਸ਼ਾਂਤ ਚਿੱਤ ਬੈਠੇ ਸਨ। ਫਿਰ ਪੁੱਤਰਾਂ ਦੇ ਬਾਰੇ ਸਤਿਗੁਰੂ ਜੀ ਨੇ ਕੋਈ ਬਚਨ ਨਹੀਂ ਕੀਤਾ, ਸਭਾ ਦੇ ਵਿੱਚ ਬੈਠੇ ਹੋਏ ਨੇ। ਵੇਦ ਸ਼ਬਦ ਤੁਣ ਹੈਵ ਰਹੇ ਦਰਸੈ ਲੋਕ ਹਜ਼ਾਰ। ਸ਼ਬਦਾਂ ਦੀ ਜਿਹੜੀ ਧੁਨ ਸੀ ਉੱਚੀ ਆਵਾਜ਼ ਵਿੱਚ ਗੂੰਜ ਰਹੀ ਸੀ। ਹਜ਼ਾਰਾਂ ਹੀ ਲੋਕ ਦਰਸ਼ਨ ਕਰ ਰਹੇ ਸਨ, ਸ਼ਬਦ ਕੀਰਤਨ ਸੁਣ ਰਹੇ ਸਨ। ਇੱਥੇ ਕਵੀ ਰਾਜ ਨੇ ਅਧਿਆਇ ਖਤਮ ਕੀਤਾ ਹੈ, ਔਰ ਅਗਲਾ ਅਧਿਆਇ ਫਿਰ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਔਰ ਇਸ ਅਧਿਆਇ ਦਾ ਨਾਮ ਹੀ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਹੈ। ਸ੍ਰੀ ਗੁਰ ਦਰਸ਼ਨ ਦੇਵਹਿ ਸ਼ਾਤ ਰੂਪ ਕਣ ਗਿਆਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਗਿਆਨ ਦੇ ਭੰਡਾਰ ਨੇ, ਉਹ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਤੇ ਛਣ ਆਏ ਸਦ ਸਧਾਰਣਾ ਬੋਲਿਓ ਬੰਦੇ ਪਾਨ। ਕਹਿੰਦੇ ਉਸ ਵੇਲੇ ਫਿਰ ਉਹ ਸੇਵਕ ਜਿਹਦਾ ਨਾਂ ਸਧਾਰਨ ਹੈ ਉਹ ਆਇਆ। ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ 'ਚ ਪਹਿਲੋਂ ਨਮਸਕਾਰ ਕੀਤੀ, ਫਿਰ ਬੇਨਤੀ ਕੀਤੀ। ਚੰਦਨ ਮ੍ਰਿਗਤ ਮਦ ਕਸ਼ਲ ਕਸਾਏ ਭਲੇ ਭਾਂਤ ਘਰ ਕੋ ਛਿੜਕਾਏ। ਕਿਉਂਕਿ ਸੁਗੰਧੀਆਂ ਦੇ ਸਾਧਨ ਉਦੋਂ ਉਹ ਹੀ ਸਨ ਕਿ ਚੰਦਨ ਨੂੰ ਘਸਾ ਲਿਆ, ਉਹਦੇ ਜਿਹੜਾ ਛਿੜਕਾ ਜਿਹੜਾ ਫਿਰ ਕਰ ਦਿੱਤਾ। ਗੁਰੂ ਸਾਹਿਬ ਨੇ ਹੁਕਮ ਲਾਇਆ ਸੀ ਵੀ ਸਾਰੇ ਘਰ ਵਿੱਚ ਛਿੜਕਾ ਕਰੋ। ਇਹ ਭਾਈ ਸਧਾਰਨ ਹੱਥ ਜੋੜ ਕੇ ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਜੀ ਸਾਰੇ ਪਾਸੇ ਛਿੜਕਾ ਕਰ ਦਿੱਤਾ ਹੈ। ਸਗਰੋ ਅਜਰ ਸੋ ਲੇਪ ਬਣਾਇਓ ਸਭ ਸੁਗੰਧ ਨੇਕੇ ਮਹਿਕਾਇਓ। ਜਿਵੇਂ ਸਤਿਗੁਰੂ ਜੀ ਆਪ ਜੀ ਨੇ ਸਤਵੇਂ ਵਾਲੇ ਦਿਨ ਹੁਕਮ ਕੀਤਾ ਸੀ,
ਸਾਰੇ ਘਰ ਨੂੰ ਲਿੰਬ ਪੋਚ ਵੀ ਦਿੱਤਾ ਹੈ ਤੇ ਅੱਜ ਫਿਰ ਸਾਰੇ ਘਰ ਦੇ ਵਿੱਚ ਸੁਗੰਧੀਆਂ ਵੀ ਛਿੜਕ ਦਿੱਤੀਆਂ ਨੇ। ਰਾਵਰ ਕੇ ਰਜਾਏ ਜਹ ਥਾਈ ਤਹਾਂ ਅੰਮ੍ਰਿਤ ਲਬੋ ਕੁਸਾ ਡਸਾਈ। ਸਤਿਗੁਰੂ ਜੀ ਜਿੱਥੇ ਤੁਸੀਂ ਹੁਕਮ ਕੀਤਾ ਸੀ ਉੱਥੇ ਤੁਹਾਡਾ ਆਸਣ ਵੀ ਲਾ ਦਿੱਤਾ ਹੈ, ਜਿੱਥੇ ਜੋਤੀ ਜੋਤ ਸਮਾਉਣਾ ਹੈ ਹੁਣ ਉਹ ਆਸਣ ਵੀ ਲਾ ਦਿੱਤਾ ਹੈ। ਅਸ ਕਹਿਤਿਓ ਗਦ ਗਦ ਭੀ ਬਾਨੀ ਲੋਚਣ ਤੇ ਜਲ ਧਾਰ ਚਲਾਨੀ। ਹੁਣ ਉਹ ਗੁਰੂ ਕਾ ਸਿੱਖ ਜਿਹਨੂੰ ਇੰਨਾ ਪਿਆਰ ਹੋਵੇ, ਗੁਰੂ ਸਾਹਿਬ ਨੇ ਬ੍ਰਹਮ ਦਾ ਗਿਆਨ ਬਖਸ਼ਿਆ ਹੋਵੇ, ਆਪਣੇ ਹੱਥੇ ਗੁਰੂ ਸਾਹਿਬ ਦਾ ਉਹ ਆਸਣ ਤਿਆਰ ਕਰਕੇ ਆਇਆ ਜਿੱਥੇ ਗੁਰੂ ਸਾਹਿਬ ਨੇ ਜੋਤੀ ਜੋਤ ਸਮਾ ਜਾਣਾ ਹੈ, ਸਰੀਰ ਨੂੰ ਤਿਆਗ ਜਾਣਾ ਹੈ। ਹੁਣ ਇਹ ਗੱਲ ਕਹਿਣੀ ਆ ਕੇ ਗੁਰੂ ਸਾਹਿਬ ਨੂੰ ਕਹਿਣੀ ਕਿ ਮੈਂ ਤਿਆਰ ਕਰ ਰਿਹਾ, ਜਿਗਰਾ ਤਾਂ ਬੜਾ ਵੱਡਾ ਚਾਹੀਦਾ ਨਾ ਜੀ। ਕਹਿੰਦੇ ਭਾਈ ਸਧਾਰਨ ਦਾ ਗਲਾ ਭਰ ਆਇਆ, ਅੱਖਾਂ ਦੇ ਵਿੱਚੋਂ ਜਲ ਜਿਹੜਾ ਸੀ ਉਹ ਰੁਕਦਾ ਹੀ ਨਹੀਂ। ਕੇਤਕ ਸਿੱਖ ਤਬ ਠਾਂਡੇ ਦਰਸੈ ਬੈਠੇ ਕੇਤਕ ਦਰਸ਼ਨ ਪਰਸੈ। ਉਸ ਵੇਲੇ ਗੁਰੂ ਸਾਹਿਬ ਦੇ ਸਾਹਮਣੇ ਬੈਠ ਕੇ ਖੜੇ ਹੋ ਕੇ ਜਿਹੜੇ ਸਿੱਖ ਦਰਸ਼ਨ ਕਰ ਰਹੇ ਸਨ ਔਰ ਜਿਨ੍ਹਾਂ ਨੇ ਭਾਈ ਸਧਾਰਨ ਤੋਂ ਇਹ ਗੱਲ ਸੁਣੀ, ਸੁਣ ਕੇ ਸਭਣ ਕਰੁਣਾ ਠਾਨੀ ਛੁਟਤ ਭਇਓ ਦ੍ਰਿਗ ਤੇ ਬਹੁ ਪਾਨੀ। ਕਹਿੰਦੇ ਸੁਣਦਿਆਂ ਨਾਲ ਸੁਣਨ ਵਾਲਿਆਂ ਵੇਖਣ ਵਾਲਿਆਂ ਦੇ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਸੀ, ਅੱਖਾਂ ਦੇ ਵਿੱਚੋਂ ਜਿਵੇਂ ਝੜੇ ਲੱਗ ਗਏ, ਅੱਥਰੂ ਰੁਕਦੇ ਨਹੀਂ, ਸਾਰਿਆਂ ਦੇ ਗਲੇ ਭਰ ਆਏ। ਬੈਰਾਗਮਈ ਉੱਥੇ ਜਿਹੜਾ ਮਾਹੌਲ ਬਣ ਗਿਆ। ਜਨ ਕਰਣਾ ਰਸ ਬਹੁਤ ਸਰੀਰਾ ਧਰੇ ਬਸੂਰਤ ਹੋਏ ਅਧੇਰਾ। ਹਰ ਇੱਕ ਦਾ ਸਰੀਰ ਜਿਹੜਾ ਸੀ ਉਸ ਵੇਲੇ ਬਰਾਗਮਈ ਹੋ ਗਿਆ। ਧਰੇ ਬਸੂਰਤ ਹੋਏ ਅਧੇਰਾ, ਜਿਹੜੇ ਸਿੱਖ ਸਨ ਵੇਖਣ ਵਾਲੇ, ਦਰਸ਼ਨ ਕਰਨ ਵਾਲੇ ਹੌਸਲਾ ਨਹੀਂ ਸਨ ਕਰਦੇ। ਗੁਰੂ ਗਿਆਨ ਕਾਣ ਪਿਖ ਸਭ ਤਾਈ ਸਿਰ ਮੁਖ ਤੇ ਮ੍ਰਿਤ ਗਿਰਾ ਅਲਾਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਨਜ਼ਰ ਮਾਰ ਕੇ ਦੇਖਿਆ ਕਿ ਸਾਰੀਆਂ ਦੀਆਂ ਅੱਖਾਂ ਦੇ ਵਿੱਚ ਜਲ ਹੈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਏ, ਸਾਰਿਆਂ ਨੂੰ ਨਾਲੇ ਤੇ ਹੌਸਲਾ ਦਿੱਤਾ, ਨਾਲੇ ਫਿਰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਇਆ। ਤਨ ਸਨੇਹ ਸਭ ਝੂਠੋ ਜਾਨੋ ਕਿਉਂ ਵਿਖਾਦ ਇਹ ਤੋਂ ਮਨ ਠਾਨੋ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਿੱਖੋ, ਇਹ ਸਰੀਰ ਦਾ ਪਿਆਰ ਝੂਠਾ ਹੈ, ਇਹਨੂੰ ਝੂਠਾ ਸਮਝ ਲਓ, ਇਸ ਗੱਲ ਨੂੰ ਮੰਨ ਜਾਓ। ਐਵੇਂ ਕਿਉਂ ਇਹਨਾਂ ਵਿਵਾਦ ਕਿਉਂ ਬਰਾਗ ਕੀਤਾ ਹੈ? ਕਿਉਂਕਿ ਜੇ ਪਿਆਰ ਕਰਨਾ ਸਾਡੇ ਸਰੀਰ ਨੂੰ ਨਹੀਂ, ਤਨ ਨੂੰ ਨਹੀਂ, ਪਿਆਰ ਸ਼ਬਦ ਨੂੰ ਕਰੋ। ਪੂਰੇ ਗੁਰੂ ਸਾਹਿਬ ਜੀ ਕਹਿ ਕੇ ਗਏ ਸ਼ਬਦ ਹੀ ਗੁਰੂ ਹੈ, ਸਾਡਾ ਸ਼ਬਦ ਵੀ ਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਸਾਡਾ ਵੀ ਸ਼ਬਦ ਗੁਰੂ ਹੈ। ਪਿਆਰ ਕਰਨਾ ਤੇ ਸਾਡੇ ਤਨ ਦੇ ਨਾਲ ਨਹੀਂ, ਸਾਡੀ ਬਾਣੀ ਦੇ ਨਾਲ ਕਰੋ, ਸ਼ਬਦ ਦੇ ਨਾਲ ਕਰੋ। ਦੇਹ ਮਿਲਣ ਵਿਸਰਣ ਇਸ ਭਾਂਤੇ ਹੋਤ ਦਿਵਸ ਪੁਣ ਆਵੇ ਰਾਤੇ। ਸਤਿਗੁਰੂ ਜੀ ਕਹਿੰਦੇ ਨੇ ਸਰੀਰ ਜਿਹੜੇ ਮਿਲੇ ਨੇ ਨਾ, ਜਿਹੜਾ ਸੰਬੰਧ ਬਣਿਆ ਹੈ, ਇਹ ਤੇ ਵਿਛੜਨਾ ਹੀ ਹੈ, ਇਹ ਤੇ ਕੁਦਰਤ ਦਾ ਪੱਕਾ ਨਿਯਮ ਹੈ। ਇਹ ਦੇਹ ਦਾ ਵਿਛੜਨਾ ਤੇ ਇਵੇਂ ਹੈ ਜਿਵੇਂ ਦਿਨ ਚੜ੍ਹਿਆ ਹੈ ਤੇ ਭਾਈ ਦਿਨ ਤੇ ਨਹੀਂ ਨਾ ਰਹਿਣਾ, ਰਾਤ ਪੈਣੀ ਹੈ। ਜੇ ਰਾਤ ਪੈ ਗਈ ਹੈ ਤੇ ਫਿਰ ਦਿਨ ਵੀ ਚੜ੍ਹਨਾ ਹੈ। ਬਸ ਸਰੀਰ ਮਿਲਿਆ ਹੈ, ਸਰੀਰ ਨੇ ਇੱਕ ਦਿਨ ਚਲੇ ਜਾਣਾ ਹੈ। ਜੇ ਨਾਰ ਮਿਲੇ ਸ਼ਬਦ ਕੇ ਸੰਗਾ ਰਹੇ ਸਦੇਵ ਰਾਜ ਤਹਿ ਰੰਗਾ। ਹਾਂ ਭਾਈ ਜੇ ਸਰੀਰਾਂ ਨਾਲ ਮਿਲੋਗੇ ਸਰੀਰ ਤੇ ਵਿਛੜ ਜਾਣੇ ਨੇ, ਪਰ ਜਿਹੜੇ ਮੇਰੇ ਸਿੱਖ ਸ਼ਬਦ ਦੇ ਨਾਲ ਮਿਲਣਗੇ, ਜੇ ਨਰ ਮਿਲੇ ਸ਼ਬਦ ਕੇ ਸੰਗਾ ਰਹੇ ਸਦੇਵ ਰਾਜ ਤਹਿ ਰੰਗਾ, ਉਹ ਸਦਾ ਹੀ ਆਨੰਦ ਵਿੱਚ ਰਹਿਣਗੇ, ਉਹ ਸਦਾ ਹੀ ਪਿਆਰ ਵਿੱਚ ਰੰਗੇ ਰਹਿਣਗੇ। ਕਿਉਂਕਿ ਸ਼ਬਦ ਦੇ ਨਾਲ ਜਿਹੜਾ ਮਿਲ ਗਿਆ, ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਉਹ ਤਾਂ ਕਦੇ ਵਿਛੜਦਾ ਹੀ ਨਹੀਂ। ਇੱਕ ਵਾਰੀ ਮਿਲਣਾ ਅਜੇ ਸਹੀ, ਗੁਰੂ ਸਾਹਿਬ ਜੀ ਕਹਿੰਦੇ ਨੇ ਮਿਲਿਆ ਹੋਏ ਨਾ ਵਿਛੜੈ। ਜੇ ਮਿਲਿਆ ਹੋਈ ਕੋਈ ਇੱਕ ਵਾਰੀ ਮਿਲ ਜਾਏ ਫਿਰ ਵਿਛੋੜਾ ਹੁੰਦਾ ਹੀ ਨਹੀਂ, ਪਰ ਮਿਲਣ ਦਾ ਪਤਾ ਹੋਣਾ ਚਾਹੀਦਾ ਕਿ ਮਿਲਣਾ ਕਿਵੇਂ ਹੈ। ਹੁਣ ਗੁਰੂ ਸਾਹਿਬ ਜੀ ਸਮਝਾਉਂਦੇ ਨੇ
ते नह बिछरे बहुर कदाई, जो नीर मैं नीर समाई। ਸ਼ਬਦ ਵਿੱਚ ਮਿਲਿਆ ਹੋਇਆ ਫਿਰ ਦੁਬਾਰੇ ਕਦੇ ਨਹੀਂ ਵਿਛੜਦਾ ਭਾਈ। ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜੇ ਨਾ, ਤੇ ਉਹ ਪਾਣੀ ਫਿਰ ਕਦੇ ਵਿਛੜਦਾ ਹੀ ਨਹੀਂ, ਕਦੇ ਅੱਡ ਹੋ ਹੀ ਨਹੀਂ ਸਕਦਾ। ਬਸ ਇਵੇਂ ਮਿਲਿਆ ਹੋਇਆ ਤਾਂ ਕਦੇ ਵਿਛੜਦਾ ਹੀ ਨਹੀਂ। ਮੁਝ ਸੋ ਮਿਲਣੇ ਕੇ ਜਿਹ ਚਾਹੇ, ਸਦਾ ਬਿਛੜਨੋ ਭਾਵੇ ਨਾਹੀ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਭਾਈ ਜੇ ਤੁਹਾਨੂੰ ਮੈਨੂੰ ਮਿਲਣ ਦੀ ਚਾਹਤ ਹੈ ਨਾ, ਜੇ ਤੁਹਾਨੂੰ ਵਿਛੜਨਾ ਚੰਗਾ ਨਹੀਂ ਲੱਗਦਾ ਤੇ ਫਿਰ ਇਹ ਕੰਮ ਕਰੋ, ਤੁਸੀਂ ਸਦਾ ਹੀ ਮੇਰੇ ਨਾਲ ਰਹੋਗੇ। ਸੋ ਨਰ ਸ਼ਬਦ ਕਰੇ ਅਭਿਆਸੇ, ਸਰਵਣ ਮਨਣ ਨਿਤ ਪ੍ਰਤ ਨਿਤ ਪਿਆਸੇ। ਜਿਹੜੇ ਮਨੁੱਖ ਸ਼ਬਦ ਦਾ ਅਭਿਆਸ ਕਰਨਗੇ, ਨੇਤਾ ਪ੍ਰਤੀ ਜਿਹੜੇ ਨਾਮ ਨੂੰ ਸੁਣਨਗੇ, ਸ਼ਬਦ ਨੂੰ ਸੁਣ ਕੇ ਫਿਰ ਮੰਨਣਗੇ, ਸਿਮਰਨ ਕਰਨਗੇ, ਫਿਰ ਉਹਨਾਂ ਦਾ ਟਿਕਾਣਾ ਸਾਡੇ ਹਿਰਦੇ ਵਿੱਚ ਹੈ। ਚਰਨਾਂ ਵਿੱਚ ਵੀ ਨਹੀਂ, ਸਾਡੇ ਹਿਰਦੇ ਵਿੱਚ ਹੈ। ਫਿਰ ਉਹ ਕਦੇ ਨਹੀਂ ਵਿਛੜਨਗੇ। ਨਿਰਸੰਦੇਹ ਮਿਲੈ ਮੁਝ ਸੰਗਾ, ਬਹੁਰ ਨਾ ਬਿਛਰੈ ਹੈ ਇਕ ਰੰਗਾ। ਸਤਿਗੁਰੂ ਜੀ ਕਹਿੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਨਿਰਸੰਦੇਹ ਸਾਨੂੰ ਮਿਲਣਗੇ ਜਿਹੜੇ ਸ਼ਬਦ ਨੂੰ ਪਿਆਰ ਕਰਨਗੇ, ਤੇ ਫਿਰ ਐਸੇ ਮਿਲਣਗੇ ਕਦੇ ਵਿਛੋੜਾ ਹੋਵੇਗਾ ਹੀ ਨਹੀਂ। ਤਾਤੇ ਤੁਮ ਅਬ ਤਜੋ ਬਿਖਾਦਾ, ਗਾਵੋ ਸ਼ਬਦ ਕਰੋ ਅਹਿਲਾਦਾ। ਤਾਂ ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਇਹ ਵਿਰਾਗ ਛੱਡੋ, ਇਹ ਵਿਖਾਦ ਝਗੜਾ ਛੱਡੋ, ਵਿਵਾਦ ਛੱਡੋ। ਇਹ ਮਤ ਸਮਝੋ ਕਿ ਮੈਂ ਤੁਹਾਡੇ ਤੋਂ ਦੂਰ ਚੱਲਿਆ ਹਾਂ। ਸ਼ਬਦ ਦਾ ਗਾਇਨ ਕਰੋ, ਆਨੰਦ ਲਵੋ ਤੇ ਆਨੰਦ ਦੇ ਵਿੱਚ ਰਹੋ। ਦ੍ਰਿਸ਼ਟਮਾਨ ਜੋ ਸਰਬ ਪਸਾਰਾ, ਨਾਸਵੰਤ ਸੋ ਲਿਹੂ ਵਿਚਾਰਾ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਇਹ ਜਿੰਨਾ ਪਸਾਰਾ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਹੈ ਨਾ, ਜਿੰਨਾ ਦ੍ਰਿਸ਼ਟਮਾਨ ਹੈ, ਇਹ ਸਮਝ ਲਓ ਕਿ ਸਾਰਾ ਹੀ ਕੁਝ ਇੱਕ ਦਿਨ ਨਾਸ ਹੋ ਜਾਣਾ। ਇਹ ਨਾਸਵੰਤ ਹੈ। ਹੋਤ ਵਿਪਰਜੈ ਥਿਰ ਨਾ ਰਹਾਈ, ਜਿਹ ਦਰਵ ਕਹਿਤ ਅਦਰਵ ਹੈ ਜਾਈ। ਸਤਿਗੁਰੂ ਜੀ ਕਹਿੰਦੇ ਨੇ, ਇਸ ਨੇ ਇੱਕ ਦਿਨ ਖਤਮ ਹੋ ਜਾਣਾ। ਭਈ ਇਹ ਸਥਿਰ ਨਹੀਂ ਰਹਿਣਾ। ਬਸ ਇਸ ਨੂੰ ਅਟੱਲ ਕਹਿੰਦੇ ਨੇ। ਅਟੱਲ ਸੱਚਾਈ ਇਹ ਹੈ ਕਿ ਉਹ ਕਦੇ ਨਹੀਂ ਨਾਸ ਹੁੰਦੇ ਜਿਹੜੇ ਸ਼ਬਦ ਨਾਲ ਪ੍ਰੇਮ ਕਰਦੇ ਨੇ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਵਿੱਚ ਕਹੇ ਵੀ ਨੇ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸੱਸ ਸੂਰਜ ਪ੍ਰਕਾਸ਼ ਕਰਾਊ, ਕਾਲ ਪਾਏ ਤਿਨ ਹੋਤ ਅਭਾਊ। ਸਤਿਗੁਰੂ ਕਹਿੰਦੇ ਨੇ, ਮਨੁੱਖ ਦੀ ਕੇਵਲ ਇਕੱਲੇ ਮਨੁੱਖ ਦੀ ਕੀ ਗੱਲ ਹੈ। ਇੱਥੇ ਤੇ ਜਿਹੜਾ ਚੰਦਰਮਾ ਹੈ, ਸੂਰਜ ਹੈ, ਇਹ ਜਿਹੜੇ ਪ੍ਰਕਾਸ਼ ਦਿੰਦੇ ਨੇ। ਸਮਾਂ ਆਉਣਾ, ਕਾਲ ਨੇ ਇੱਕ ਦਿਨ ਇਹਨਾਂ ਨੂੰ ਵੀ ਨਾਸ ਕਰ ਜਾਣਾ, ਕਾਲ ਨੇ ਇਹਨਾਂ ਨੂੰ ਵੀ ਖਾ ਜਾਣਾ ਹੈ। ਨਾ ਸੂਰਜ ਰਹਿਣਾ, ਨਾ ਚੰਦਰਮਾ ਰਹਿਣਾ ਹੈ। ਜੋ ਸਮੇਰ ਸਭ ਸੁਰਨ ਆਧਾਰਾ, ਸ਼ੈ ਹੋਵਤ ਤਿਨ ਲਗੇ ਨਾ ਬਾਰਾ। ਸਤਿਗੁਰੂ ਜੀ ਕਹਿੰਦੇ ਨੇ, ਆਮ ਸਾਡੇ ਮਨੁੱਖਾਂ ਦੀ ਗੱਲ ਤਾਂ ਕੀ, ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਨੇ, ਪਰ ਫਿਰ ਵੀ ਆਪਣੇ ਆਪ ਨੂੰ ਸਾਡੇ ਨਾਲ ਆਮ ਕਹਿੰਦੇ ਨੇ। ਆਮ ਸਾਡੇ ਮਨੁੱਖਾਂ ਦੀ ਕੀ ਗੱਲ ਹੈ। ਇੱਥੇ ਤਾਂ ਕਹਿੰਦੇ ਜਿਹੜੇ ਸਮੇਰ ਪਰਬਤ 'ਤੇ ਰਹਿਣ ਵਾਲੇ ਦੇਵਤੇ ਨੇ, ਜਿਨ੍ਹਾਂ ਦਾ ਆਧਾਰ ਹੀ ਕੇਵਲ ਨਾਮ ਹੈ, ਨਾਸ ਹੁੰਦਿਆਂ ਦੇਰ ਉਹਨਾਂ ਨੂੰ ਨਹੀਂ ਲੱਗਣੀ। ਭਾਵੇਂ ਉਹਨਾਂ ਦੇ ਮੰਨਿਆ ਜਾਂਦਾ ਸੀ ਕਿ ਉਮਰਾਂ 500-500 ਸਾਲ ਹੋ ਗਈਆਂ, ਪਰ ਫਿਰ ਰਹੇ ਤਾਂ ਕੋਈ ਨਹੀਂ। ਕਿਉਂਕਿ ਸਮਾਂ ਜਿਹੜਾ ਹੈ ਇਹ ਬਲੀ ਹੈ, ਇਹਨੇ ਇੱਕ ਦਿਨ ਖਾ ਜਾਣਾ ਹੈ, ਕਾਲ ਨੇ ਖਾ ਜਾਣਾ ਹੈ। ਧਰਣੀ ਜਲ ਸਾਗਰ ਗੰਭੀਰਾ, ਅਗਰ ਕਾਲ ਸੋ ਧਰੇ ਨਾ ਧੀਰਾ। ਸਤਿਗੁਰੂ ਕਹਿੰਦੇ, ਦੇਹਾਂ ਦੀ ਗੱਲ ਤੇ ਇੱਕ ਪਾਸੇ ਛੱਡੋ। ਇਹ ਜਿਹੜੀ ਧਰਤੀ ਹੈ ਇਹ ਵੀ ਨਹੀਂ ਰਹਿਣੀ, ਜਲ ਇਹ ਵੀ ਨਹੀਂ ਰਹਿਣਾ। ਸਮੁੰਦਰ ਕਿੰਨਾ ਡੂੰਘਾ ਹੈ, ਗਹਿਰਾਈ ਦਾ ਪਤਾ ਹੀ ਨਹੀਂ। ਕਾਲ ਨੇ ਇੱਕ ਦਿਨ ਇਹਨਾਂ ਨੂੰ ਵੀ ਖਾ ਜਾਣਾ ਹੈ, ਇਹਨਾਂ ਨੇ ਵੀ ਹੌਸਲਾ ਨਹੀਂ ਰੱਖਣਾ, ਇਹ ਵੀ ਨਹੀਂ ਰਹਿਣਾ। ਪਾਵਕ ਪੌਣ ਪਰਾਕਰਮ ਯੁਕਤਾ,
ਕਾਲ ਪਾਏ ਸੋ ਹੋਏ ਅਸ਼ਕਤਾ। ਸਤਿਗੁਰੂ ਜੀ ਕਹਿੰਦੇ ਨੇ ਕਾਲ ਦੇ ਸਾਹਮਣੇ ਕੋਈ ਨੇੜਿਆ ਭਾਈ। ਪਾਵਕ ਅੱਗ, ਇੱਕ ਦਿਨ ਅੱਗ ਵੀ ਖਤਮ ਹੋ ਜਾਣੀ ਹੈ। ਪਵਨ ਹਵਾ, ਇਹ ਜਿੱਦਣ ਪਰਮੇਸ਼ਰ ਦਾ ਹੁਕਮ ਹੋਇਆ ਹਵਾ ਵੀ ਖਤਮ ਹੋ ਜਾਣੀ। ਔਰ ਜਿੱਦਣ ਆਪ ਜੀ ਜਾਣਦੇ ਹੋ ਕਿ ਹਵਾ ਖਤਮ ਹੋ ਗਈ, ਫਿਰ ਸਾਹ ਲੈਣ ਵਾਲਾ ਪ੍ਰਾਣੀ ਕੋਈ ਨਹੀਂ ਜਿੰਦਾ ਰਹਿਣਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਦਿਨ ਅੱਗ ਵੀ ਖਤਮ ਹੋਏਗੀ, ਹਵਾ ਵੀ ਖਤਮ ਹੋਏਗੀ। ਉਹਦਾ ਹੁਕਮ ਆਉਣਾ ਹੈ ਕਾਲ ਦੇ, ਕਿਸੇ ਨੂੰ ਨਹੀਂ ਬਖਸ਼ਣਾ। ਮਹਾਬਲੇ ਰਾਕਸ ਜੇ ਰਾਜਾ, ਕਾਲ ਡੰਸ ਸਭ ਕੇ ਸਿਰ ਗਾਜਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਵੇਂ ਕੋਈ ਮਹਾਬਲੀ ਹੈ, ਭਾਵੇਂ ਕੋਈ ਰਾਕਸ਼ਸ ਹੈ, ਭਾਵੇਂ ਕੋਈ ਦੇਵਤਾ ਹੈ, ਸਭ ਦੇ ਸਿਰ ਤੇ ਕਾਲ ਦਾ ਡੰਡਾ ਇੱਕ ਦਿਨ ਵੱਜ ਜਾਣਾ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਜਿਹੜੇ ਬਾਣੀ ਦੇ ਵਿੱਚ ਕਹੇ ਨੇ, ਉਹ ਹੀ ਸਮਝਾ ਰਹੇ ਨੇ ਕਿ ਰਾਣਾ ਰਾਉ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ। ਕੋਈ ਨਾ ਬੰਦਾ ਤੇਰ, ਇਹ ਵਾਰੀ ਆਉਣੀ ਹੈ। ਚੰਦਰਮਾ ਦੀ ਵੀ ਆਉਣੀ, ਸੂਰਜ ਦੀ ਵੀ ਆਉਣੀ ਹੈ, ਇਹ ਹਵਾ ਦੀ ਵੀ ਆਉਣੀ, ਸਮੁੰਦਰ ਦੀ ਵੀ ਆਉਣੀ ਹੈ। ਇਹਦੇ ਅੱਗੇ ਕੋਈ ਨਹੀਂ ਅੜਦਾ। ਭੇ ਅਵਤਾਰ ਜਿੱਤੇ ਰਣ ਧੀਰਾ, ਕਾਲ ਪਏ ਕੀਏ ਤਜਨ ਸਰੀਰਾ। ਸਤਿਗੁਰੂ ਜੀ ਕਹਿੰਦੇ ਕਿੰਨੇ ਅਵਤਾਰ ਸੰਸਾਰ 'ਚ ਹੋਏ, ਕਿੰਨਿਆਂ ਨੇ ਸੂਰਬੀਰ ਯੋਧੇ ਹੋਏ ਜਿਨ੍ਹਾਂ ਨੇ ਰਣ ਜਿੱਤੇ, ਪਰ ਕਾਲ ਪਾਏ ਕੀਏ ਤਜਨ ਸਰੀਰਾ। ਕਾਲ ਤੇ ਉਹਨਾਂ ਨੂੰ ਵੀ ਖਾ ਗਿਆ, ਸਰੀਰ ਤੇ ਉਹਨਾਂ ਨੂੰ ਵੀ ਛੱਡਣੇ ਪਏ। ਮਹਾਸਿੱਧ ਸੁਰ ਗੰਧਰਵ ਕਿੰਨਰ, ਯਸੈ ਆਦ ਸਭ ਹੈਵ ਸਿਖ ਭੰਗਰ। ਸਤਿਗੁਰੂ ਕਹਿੰਦੇ ਨੇ ਛਿਨ ਭੰਗਰ ਮਾਤਰ ਸਮਝਣਾ। ਵੱਡੇ ਵੱਡੇ ਮਹਾਨ ਸਿੱਧ ਦੇਵਤੇ ਗੰਧਰਵ ਕਿੰਨਰ, ਜਦੋਂ ਸਮਾਂ ਆਇਆ ਕਾਲ ਇਹਨਾਂ ਨੂੰ ਖਾ ਗਿਆ। ਔਰ ਇਹ ਕਾਲ ਸਭ ਤੇ ਆਉਣਾ ਹੈ। ਇਸ ਕਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਸਮਝਾਉਂਦੇ ਨੇ, ਭਾਈ ਸਰੀਰ ਦੇ ਨਾਲ ਮੋਹ ਨਹੀਂ, ਸਰੀਰ ਖਤਮ ਹੋ ਜਾਣੇ ਨੇ। ਜੇ ਪ੍ਰੇਮ ਕਰਨਾ ਤੇ ਸ਼ਬਦ ਦੇ ਨਾਲ ਕਰੋ। ਅੱਗੇ ਗੁਰੂ ਸਾਹਿਬ ਨੇ ਜਿਵੇਂ ਜੋਤੀ ਜੋਤ ਸਮਾਉਣਾ ਹੈ, ਇਹ ਰਹਿੰਦਾ ਪ੍ਰਸੰਗ ਆਪਾਂ ਅੱਗੇ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਕੀਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ